ਲਈ ਕੰਮ ਕਰਦੇ ਗਏ, ਗਾਂਹ ਵੱਧਦੇ ਗਏ। ਇੱਕ ਛੋਟੇ ਜਿਹੇ ਨਰਸਿੰਗ ਹੋਮ ਤੋਂ ਇੱਕ ਹਸਪਤਾਲ 'ਚ ਕਨਵਰਟ ਹੋਏ। ਫਿਰ ਪਠਾਨਕੋਟ ਯੂਨਿਟ ਸਾਡੇ ਨਾਲ ਰਲ ਗਿਆ, ਦੂਜਾ ਹਸਪਤਾਲ। 7 ਸਾਲ ਪਹਿਲੋਂ ਅਮਨਦੀਪ ਮੈਡੀਸਿਟੀ ਸਾਡੇ ਨਾਲ ਰਲ ਗਿਆ, ਤਰਨਤਾਰਨ ਰਲ ਗਿਆ ਸਾਡੇ ਨਾਲ, ਤੇ ਹੁਣ ਇਸ ਸਾਲ ਦੇ ਵਿੱਚ ਸ੍ਰੀਨਗਰ ਯੂਨਿਟ ਤੇ ਫਿਰੋਜ਼ਪੁਰ ਯੂਨਿਟ ਸਾਡੇ ਨਾਲ ਰਲ ਗਿਆ। ਜਦੋਂ ਅਸੀਂ ਇਹ ਪੜਾਂਗਾ ਭਰ ਰਹੇ ਸੀ ਤੇ ਸਾਨੂੰ ਇਹ ਲੱਗਾ ਕਿ ਸਾਨੂੰ ਕੁਛ ਬਾਹਾਂ ਦੀ ਤੇ ਕੁਛ ਪੈਸਿਆਂ ਦੀ ਵੀ ਲੋੜ ਹੈ। ਸੋ ਇਹ ਕਰਨ ਲਈ ਸਵਾ ਸਾਲ ਪਹਿਲੇ ਉਜਾਲਾ ਸਿਗਨਸ ਨਾਲ ਸਾਡਾ ਮੇਲ ਹੋਇਆ। ਤਿੰਨੇ ਉਜਾਲਾ ਸਿਗਨਸ ਦੇ ਰਿਪਰੈਜ਼ੈਂਟੇਟਿਵ ਤੁਹਾਡੇ ਸਾਹਮਣੇ ਨੇ, ਇਹ ਸਾਨੂੰ ਮਿਲਣ ਆਏ, ਗੱਲਾਂ ਬਾਤਾਂ ਹੋਈਆਂ, 2-3 ਵਾਰੀ ਮਿਲੇ। ਸਾਨੂੰ ਲੱਗਾ ਇਹ ਸਾਡੇ ਵਰਗੇ ਹੀ ਹੈ, ਜਿਹੜੇ ਕਿ ਟੀਅਰ 2 ਤੇ ਟੀਅਰ 3 ਸਿਟੀਜ਼ ਦੇ ਵਿੱਚ ਹੈਲਥ ਕੇਅਰ ਨੂੰ ਲਿਆਉਣਾ ਚਾਹੁੰਦੇ ਆ। ਤੇ ਹੈਲਥ ਕੇਅਰ ਤੋਂ ਮਤਲਬ ਚੰਗਾ ਹੈਲਥ ਕੇਅਰ, ਜਿਹਨੂੰ ਅਸੀਂ ਟਰਸ਼ਰੀ ਲੈਵਲ ਹੈਲਥ ਕੇਅਰ ਕਹਿੰਦੇ ਹਾਂ, ਸਿਹਤ ਸੇਵਾਵਾਂ, ਤਾਂ ਕਿ ਸਾਡੇ ਲੋਕਾਂ ਨੂੰ 4-4, 5-5 ਘੰਟੇ ਦਾ ਸਫ਼ਰ ਕਰਕੇ ਚੰਗੀਆਂ ਸਿਹਤ ਸੇਵਾਵਾਂ ਲੈਣ ਲਈ ਦੂਰ ਨਾ ਜਾਣਾ। ਜਦੋਂ ਸਾਡੇ ਸੋਚ ਮਿਲ ਗਈ, ਫਿਰ ਅਸੀਂ ਮਨ ਮਿਲਾਉਣੇ ਸ਼ੁਰੂ ਕੀਤੇ ਤੇ ਕੰਮ ਮਿਲਾਉਣ ਲਈ ਸੋਚਿਆ। ਤੇ ਅੱਜ 14-15 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਅੱਜ ਅਸੀਂ ਤੁਹਾਡੇ ਸਾਹਮਣੇ ਹਾਂ। 2 ਭਰਾਵਾਂ ਦੀ ਤਰ੍ਹਾਂ ਇਹ ਮੇਲ ਹੋਇਆ ਤੇ ਮੈਂ ਸੋਚ ਰਹੀ ਹਾਂ ਇਹਨਾਂ ਦੇ 23 ਹਸਪਤਾਲ ਨੇ, ਸਾਡੇ 5 ਰਲ ਗਏ, ਅਸੀਂ ਆਲਮੋਸਟ 29, 26, 29, 28 ਤੇ ਆ ਗਏ। ਤੇ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ, ਜੰਮੂ ਕਸ਼ਮੀਰ ਤੇ ਹੋਰ ਨਾਰਥ ਜ਼ੋਨ ਦੇ ਇਲਾਕਿਆਂ 'ਚ ਹੋਰ ਹਸਪਤਾਲ ਰਲ ਕੇ ਇਕੱਠੇ ਬਣਾਵਾਂਗੇ, ਸਾਂਝੇ ਬਣਾਵਾਂਗੇ। ਤੇ ਜਦੋਂ ਬਾਹਾਂ ਮਿਲ ਜਾਣ ਤੇ ਇਨਸਾਨ ਜ਼ਰਾ ਆਰਾਮ ਨਾਲ ਟੈਨਸ਼ਨ ਫਰੀ ਹੋ ਕੇ ਤਰੱਕੀ ਕਰ ਸਕਦਾ ਹੈ। ਬੇਸਿਕ ਇਹੀ ਸੀਗਾ ਅੱਜ ਦੀ ਕਾਨਫਰੰਸ ਦਾ ਕਿ ਅਮਨਦੀਪ ਤੇ ਉਜਾਲਾ ਸਿਗਨਸ ਨੇ ਹੱਥ ਮਿਲਾ ਲਏ ਨੇ ਤੇ ਅਗਾਂਹ ਇਕੱਠੇ ਜਾਣਗੇ। ਤੇ ਉਜਾਲਾ ਸਿਗਨਸ ਦੇ ਡਾਇਰੈਕਟਰ, ਫਾਊਂਡਰ ਡਾਇਰੈਕਟਰ ਮਿਸਟਰ ਪ੍ਰਬਲ ਗੋਸਾਲ ਤੁਹਾਡੇ ਵਿੱਚੋਂ ਇੱਕ ਸੀਗੇ, ਅੱਜ ਤੁਹਾਡੇ ਸਾਹਮਣੇ ਨਵਾਂ ਲੈ ਕੇ ਆ ਰਹੇ ਹਾਂ ਜੀ। ਉਹ ਇੱਕ ਤਾਂ ਅੱਜ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿਹੜੀ ਸਾਡੀ ਕੋਲੈਬੋਰੇਸ਼ਨ ਹੋਈ ਉਜਾਲਾ ਸਿਗਨਸ ਗਰੁੱਪ ਦੇ ਨਾਲ, ਉਸ ਤੋਂ ਬਾਅਦ ਜਿਹੜੀਆਂ ਨਵੀਆਂ ਚੀਜ਼ਾਂ ਸ਼ਹਿਰ ਦੇ ਵਿੱਚ ਆਉਣਗੀਆਂ, ਉਹਦੇ 'ਚ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਹੈ ਰੋਬੋਟਿਕ ਸਰਜਰੀ। ਸਾਰੀਆਂ ਪੇਟ ਦੀਆਂ ਬਿਮਾਰੀਆਂ ਲਈ ਔਰ ਕੈਂਸਰ ਦੀ ਬਿਮਾਰੀਆਂ ਵਾਸਤੇ ਰੋਬੋਟਿਕ ਜਿਹੜੇ ਨੇ ਉਹ ਅਜੇ ਸਾਡੇ ਸ਼ਹਿਰ 'ਚ ਨਹੀਂ ਹੈਗੀ ਟ੍ਰੀਟਮੈਂਟ, ਉਹ ਲੈ ਕੇ ਆਵਾਂਗੇ। ਔਰ ਇਸ ਦੇ ਨਾਲ ਹੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੀ ਨਵੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਅਵੇਅਰ ਕਰਾਉਣਾ ਕਿ ਤੁਹਾਨੂੰ ਆਪਣੀ ਸਿਹਤ ਦੀ ਜਿਹੜੀ ਆ ਉਹ ਕਿਉਂ ਮੇਨਟੇਨ ਕਰਨ ਦੀ ਜ਼ਰੂਰਤ ਹੈਗੀ, ਉਹਦੇ ਬਾਰੇ ਨਵੀਆਂ ਚੀਜ਼ਾਂ ਆਉਣਗੀਆਂ। ਔਰ ਇਸ ਤੋਂ ਇਲਾਵਾ ਜਿਹੜੀ ਇੱਕ ਬਹੁਤ ਵੱਡੀ ਚੀਜ਼ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਮਿਸਿੰਗ ਹੈਗੀ ਹੈ, ਉਹ ਹੈ ਆਪਣੇ ਕਿਡਨੀ ਟ੍ਰਾਂਸਪਲਾਂਟਸ ਐਂਡ ਲਿਵਰ ਟ੍ਰਾਂਸਪਲਾਂਟਸ, ਸੋ ਔਰਗਨ ਟ੍ਰਾਂਸਪਲਾਂਟਸ। ਇਹ ਅਸੀਂ ਜਲਦ ਹੀ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੋਂ ਇਲਾਵਾ ਬੋਨ ਮੈਰੋ ਟ੍ਰਾਂਸਪਲਾਂਟ, ਕੈਂਸਰ ਦੇ ਮਰੀਜ਼ਾਂ ਦੇ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ ਜਿਹੜੀ ਹੈ ਉਹ ਵੀ ਇੱਕ ਸਾਡੇ ਸ਼ਹਿਰ ਦੇ ਵਿੱਚ ਘਾਟ ਹੈ। ਸੋ ਇਹ ਨਵੀਆਂ ਚੀਜ਼ਾਂ ਅਸੀਂ ਬਹੁਤ ਜਲਦੀ ਕੋਲੈਬੋਰੇਸ਼ਨ ਤੋਂ ਬਾਅਦ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ। ਸਰ ਰੋਬੋਟਿਕ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਲੈ ਕੇ ਆ ਰਹੇ ਹੋ, ਹਾਂਜੀ, ਹੱਡੀਆਂ ਦੇ ਇਲਾਜ ਵਿੱਚ ਤੇ ਦੂਸਰੇ ਇਲਾਜ ਵਿੱਚ ਕੈਂਸਰ ਦੇ ਵਿੱਚ, ਹਾਂਜੀ, ਉਹਦੇ ਵਿੱਚ ਕੀ ਡਿਫਰੈਂਸ ਆਏਗਾ ਰੋਬੋਟਿਕ ਤੇ ਜਿਹੜੀ ਕਨਵੈਨਸ਼ਨਲ ਜਿਹੜੀ ਸਰਜਰੀ? ਜਿਹੜੀ ਜੋੜ ਬਦਲਣ ਦੇ ਵਿੱਚ ਰੋਬੋਟਿਕ ਜਿਹੜੀ ਸਰਜਰੀ ਹੈ ਉਹ ਤਾਂ ਅਸੀਂ ਪਿਛਲੇ 6 ਸਾਲ ਪਹਿਲਾਂ ਇੰਟਰੋਡਿਊਸ ਕੀਤੀ ਸੀ ਔਰ ਹੁਣ ਤੱਕ ਤਕਰੀਬਨ 6-7 ਹਜ਼ਾਰ ਗੋਡਿਆਂ ਦੇ ਔਰ ਚੂਲਿਆਂ ਦੇ ਆਪਰੇਸ਼ਨ ਹੋ ਚੁੱਕੇ ਨੇ। ਜਿਹੜੀ ਜਨਰਲ ਸਰਜਰੀ ਜਾਂ ਗਾਇਨੇਕੋਲੋਜੀ, ਯੂਰੋਲੋਜੀ ਔਰ ਕੈਂਸਰ ਵਾਸਤੇ ਰੋਬੋਟਿਕ ਸਰਜਰੀ ਹੁੰਦੀ ਹੈ, ਉਹ ਇੱਕ ਅਲੱਗ ਮਸ਼ੀਨ ਹੁੰਦੀ ਹੈ, ਕਾਫੀ ਐਕਸਪੈਂਸਿਵ ਹੁੰਦੀ ਹੈ, ਤਕਰੀਬਨ 14-16 ਕਰੋੜ ਦੀ ਮਸ਼ੀਨ ਹੁੰਦੀ ਐਂਡ ਉਹਦੇ ਲਈ ਬੜੇ ਐਕਸਪਰਟ ਡਾਕਟਰਸ ਵੀ ਚਾਹੀਦੇ ਹੁੰਦੇ। ਸੋ ਉਹ ਨਵੀਂ ਇੰਟਰੋਡਕਸ਼ਨ ਹੋਊਗੀ, ਫਸਟ ਟਾਈਮ ਇਨ ਦਿਸ ਰੀਜਨ ਹੈ। ਕਦੋਂ ਤੱਕ ਸਰ ਉਹ ਆਪਣਾ ਪ੍ਰਪੋਜ਼ਡ ਹੈ? ਆਈ ਥਿੰਕ ਇਸ ਸਾਲ ਦੇ ਵਿੱਚ ਆ ਜਾਊਗੀ ਉਹ। ਐਂਡ ਜਿਹੜੇ ਟ੍ਰਾਂਸਪਲਾਂਟਸ ਨੇ ਉਹਦਾ ਆਪਣਾ ਇੱਕ ਟਾਈਮ ਫਰੇਮ ਹੁੰਦਾ ਹੈ, ਗਵਰਨਮੈਂਟ ਨੂੰ ਅਪਲਾਈ ਕਰਾਂਗੇ, ਗਵਰਨਮੈਂਟ ਦੀਆਂ ਪਰਮਿਸ਼ਨਸ ਆਉਣਗੀਆਂ, ਫਿਰ ਜਦੋਂ ਵੀ ਪਰਮਿਸ਼ਨਸ ਆਈਆਂ ਵੀ ਵਿਲ ਸਟਾਰਟ ਦੈਟ ਆਲਸੋ। ਸਰ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਮੈਡੀਕਲ ਟੂਰਿਜ਼ਮ ਨੂੰ ਲੈ ਕੇ ਬੜਾ ਕਿਹਾ ਜਾਂਦਾ, ਕਿਉਂਕਿ ਪਾਕਿਸਤਾਨ ਨਾਲ ਹੈ, ਅਫਗਾਨਿਸਤਾਨ ਹੈ, ਅਬਰੋਡ ਤੋਂ ਲੋਕ ਇੱਥੇ ਆਉਂਦੇ ਨੇ, NRIs ਆਉਂਦੇ ਨੇ। ਹੁਣ ਗਰੁੱਪ ਤੁਹਾਡਾ ਪਹਿਲੇ ਵੀ ਵੱਡਾ ਸੀ, ਬਟ ਹੁਣ ਹੋਰ ਜ਼ਿਆਦਾ ਐਕਸਪੈਂਸ਼ਨ ਉਹਦੀ ਹੋ ਜਾਊਗੀ। ਤੁਹਾਨੂੰ ਲੱਗਦਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਇਹਨੂੰ ਪੂਰਾ ਅਤੇ ਫੋਕਸਡ ਜਿਹੜਾ ਉਹ ਕੰਮ ਹੋਣਾ ਚਾਹੀਦਾ ਜਿਹੜਾ ਕਿ ਹੁਣ ਤੱਕ
ਡੈਫੀਨੇਟਲੀ ਬੜਾ ਅੱਛਾ ਤੁਸੀਂ ਕੁਐਸਚਨ ਰੇਜ਼ ਕੀਤਾ ਹੈ। ਅੰਮ੍ਰਿਤਸਰ ਦੇਖੋ ਇੱਕ ਤਾਂ ਰਿਲੀਜੀਅਸ ਪਲੇਸ ਹੈਗੀ ਹੈ ਔਰ ਟੂਰਿਸਟ ਇੱਥੇ ਸਾਰੀ ਦੁਨੀਆ ਤੋਂ ਆਉਂਦੇ ਨੇ ਔਰ ਮੀਡੀਆ ਦੇ ਜ਼ਰੀਏ ਅੰਮ੍ਰਿਤਸਰ ਜਿਹੜਾ ਹੈ ਉਹਦੇ ਬਾਰੇ, ਗੋਲਡਨ ਟੈਂਪਲ ਬਾਰੇ, ਮੰਦਿਰ ਬਾਰੇ, ਦੁਰਗਿਆਨਾ ਮੰਦਿਰ ਜੀ ਬਾਰੇ ਇਹ ਸਾਰੀ ਦੁਨੀਆ ਨੂੰ ਪਤਾ ਹੈ। ਔਰ ਇੱਥੋਂ ਇੰਨੀਆਂ ਸਾਰੀਆਂ ਇੰਟਰਨੈਸ਼ਨਲ ਫਲਾਈਟਸ ਨੇ, ਡੋਮੈਸਟਿਕ ਫਲਾਈਟਸ ਨੇ, ਸੋ ਟੂਰਿਸਟ ਦਾ ਇਨਫਲੋ ਆਲਰੇਡੀ ਇੱਥੇ ਬਹੁਤ ਹੈਗਾ। ਵਾਟ ਇਜ਼ ਮਿਸਿੰਗ ਇਜ਼ ਮੈਡੀਕਲ ਟੂਰਿਜ਼ਮ। ਉਹ ਵੀ ਅੱਗੇ ਥੋੜ੍ਹਾ ਜਿਹਾ ਚੱਲ ਰਿਹਾ ਹੈ, ਬਹੁਤ ਜ਼ਿਆਦਾ ਸਤਰ 'ਤੇ ਨਹੀਂ ਚੱਲ ਰਿਹਾ। ਹੁਣ ਜਿਸ ਤਰ੍ਹਾਂ ਪਾਕਿਸਤਾਨ ਦੀ ਗੱਲ ਹੈ, ਇੱਥੋਂ ਸਾਰਾ 20-25 ਕਿਲੋਮੀਟਰ ਦੂਰ ਹੈ ਐਂਡ ਉੱਥੋਂ ਦੀ ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਬਹੁਤ ਲੋਅਰ ਲੈਵਲ ਦੀਆਂ, ਆਈ ਸ਼ੁਡਨਟ ਸੇ ਮਚ ਅਬਾਊਟ ਦੈਮ, ਪਰ ਉਹ ਕਾਫੀ ਲੋਅਰ ਲੈਵਲ ਦੀਆਂ ਹੈਗੀਆਂ। ਜੇ ਕਿਤੇ ਉੱਧਰੋਂ ਵੀਜ਼ਾ ਦਾ ਪ੍ਰੋਸੈਸ ਈਜ਼ੀ ਹੋ ਜਾਏ ਅੰਮ੍ਰਿਤਸਰ ਨੂੰ, ਤੇ ਆਮ ਸ਼ੋਰ ਕਿ ਇੱਥੇ ਤੁਹਾਨੂੰ ਬੈੱਡ ਨਹੀਂ ਮਿਲਣਗੇ। ਇੰਨਾ ਜ਼ਿਆਦਾ ਹੈਲਥ ਟੂਰਿਜ਼ਮ ਉੱਧਰੋਂ ਸ਼ੁਰੂ ਹੋ ਸਕਦਾ। ਇਸ ਤੋਂ ਇਲਾਵਾ ਜਿਹੜੇ ਇੱਧਰਲੇ ਕੰਟਰੀਜ਼ ਜਿਸ ਤਰ੍ਹਾਂ ਉਜ਼ਬੇਕਿਸਤਾਨ ਹੈਗਾ, ਉੱਥੋਂ ਅਨਫੋਰਚੂਨੇਟਲੀ ਡਾਇਰੈਕਟ ਫਲਾਈਟਸ ਬੰਦ ਹੋ ਗਈਆਂ ਕੋਵਿਡ ਤੋਂ ਬਾਅਦ। ਉਸ ਤੋਂ ਪਹਿਲਾਂ ਸਾਡੇ ਕੋਲ ਉੱਥੋਂ ਪੇਸ਼ੈਂਟ ਆਉਂਦੇ ਹੁੰਦੇ ਸੀ। ਹੋਰ ਵੀ ਇਸ ਤਰ੍ਹਾਂ ਦੇ ਕੰਟਰੀਜ਼ ਨੇ ਜਿੱਥੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਸੀ, ਬਟ ਅਨਫੋਰਚੂਨੇਟਲੀ ਉਹ ਫਲਾਈਟਸ ਬੰਦ ਹੋਣ ਦੇ ਕਾਰਨ ਉਹ ਥੋੜ੍ਹਾ ਜਿਹਾ ਉਹ ਰੁਕ ਗਿਆ। ਉਹਨਾਂ ਸਾਰਿਆਂ ਨੂੰ ਹੁਣ ਪਹਿਲਾਂ ਦਿੱਲੀ ਜਾਣਾ ਪੈਂਦਾ, ਫਿਰ ਉੱਥੋਂ ਕੋਈ ਆਉਂਦਾ ਕੋਈ ਨਹੀਂ ਆਉਂਦਾ। ਬਟ ਡੈਫੀਨੇਟਲੀ ਦੇਰ ਇਜ਼ ਲੋਟ ਆਫ ਸਕੋਪ ਫॉर ਹੈਲਥ ਟੂਰਿਜ਼ਮ, ਕਿਉਂਕਿ ਆਲਰੇਡੀ ਸਾਡਾ ਸ਼ਹਿਰ ਤਾਂ ਮਸ਼ਹੂਰ ਹੈਗਾ ਹੀ ਹੈ। ਗੋਲਡਨ ਟੈਂਪਲ ਵੀ ਹੈਗਾ, ਬਹੁਤ ਮਸ਼ਹੂਰ ਹੈ। ਬਾਰਡਰ ਹੈ, ਲੋਕ ਬਾਰਡਰ ਦੇਖਣ ਆਉਂਦੇ ਆ। ਸੋ ਜੇ ਕਿਤੇ ਸਰਕਾਰਾਂ ਦੀ ਥੋੜ੍ਹੀ ਜਿਹੀ ਹੈਲਪ ਹੋ ਜਾਏ ਤੇ ਮੈਡੀਕਲ ਟੂਰਿਜ਼ਮ ਵੀ ਇੱਥੇ ਬਹੁਤ ਪ੍ਰਫੁੱਲਤ ਹੋ ਸਕਦਾ। ਸਰ ਇੱਕ ਵਿੱਚੋਂ ਕਿਆਸ ਲਾਏ ਜਾ ਰਹੇ ਸੀ ਕਿ ਮੰਨੀ ਨੂੰ ਹਸਪੀਟਲ ਸੈੱਲ ਆਫ ਕਰ ਦਿੱਤਾ ਗਿਆ ਹੈ। ਹਾਂਜੀ। ਔਰ ਡਾਕਟਰ ਤਾਜ ਜਿਹੜੇ ਨੇ ਉਹ ਯੂਐਸ ਜਾ ਰਹੇ ਨੇ, ਉਹਨਾਂ ਨੇ ਕੋਲੈਬੋਰੇਸ਼ਨ ਵੀ ਕਰ ਲਿਆ ਸੀਸੀਏ ਨਾਲ, ਹੁਣ ਉੱਥੇ ਹੀ ਜਾਣਗੇ। ਇੱਥੇ ਰਿਮੋਟ ਤੇ ਚੱਲੇਗਾ ਹਸਪੀਟਲ, ਉਹਦੇ ਬਾਰੇ ਦੇਖੋ ਇਹ ਜਿਹੜੀ ਕਹਾਣੀ ਹੈ ਨਾ, ਮੈਂ ਕਾਫੀ ਦੇਰ ਸੁਣ ਰਿਹਾ। ਪਤਾ ਨਹੀਂ ਕੌਣ ਫੈਲਾਉਂਦਾ ਰਹਿੰਦਾ ਇਹੋ ਜਿਹੀਆਂ ਗੱਲਾਂ। ਬੇਸਿਕਲੀ ਤੇ ਗੱਪਾਂ ਹੀ ਨੇ, ਗੌਸਿਪ ਹੈਗੀਆਂ। ਸੋ ਤੁਹਾਡੇ ਸਾਹਮਣੇ ਅੱਜ ਬੈਠੇ, ਇਸੇ ਸ਼ਹਿਰ 'ਚ ਹੀ ਜਨਮ ਲਿਆ ਤੇ ਇੱਥੇ ਹੀ ਰਹਿਣਾ ਤੇ ਇੱਥੋਂ ਹੀ ਜਾਣਾ। ਉੱਪਰ ਵੀ ਜਦੋਂ ਜਾਣਾ ਇੱਥੋਂ ਹੀ ਜਾਣਾ। ਸੋ ਡੋਂਟ ਵਰੀ, ਇੱਦਾਂ ਦਾ ਕੁਛ ਨਹੀਂ ਹੈਗਾ ਵੀ ਅਸੀਂ ਵੇਚ ਕੇ ਤੇ ਅਸੀਂ ਬਾਹਰ ਲੈ ਜਾਣਾ ਜਾਂ ਕੁਛ, ਨਥਿੰਗ ਲਾਈਕ ਦੈਟ। ਇੱਥੇ ਹੀ ਰਹਿਣਾ। ਹੁਣ ਸਾਡੀ ਕੋਲੈਬੋਰੇਸ਼ਨ ਹੋ ਗਈ ਹੈ ਐਂਡ ਨਾਓ ਵੀ ਆਰ ਅ ਬਿਗਰ ਗਰੁੱਪ, ਪਾਰਟ ਆਫ ਅ ਬਿਗਰ ਗਰੁੱਪ। ਇਹਦੇ ਬਾਰੇ ਥੋੜਾ ਦੱਸ ਦਿਓ ਸਰ, ਥੋੜਾ ਜਿਹਾ ਬਰੀਫ ਜਿਹਾ। ਉਜਾਲਾ ਸਿਗਨਸ ਨਾਲ ਤੁਹਾਡੀ ਕੋਲੈਬੋਰੇਸ਼ਨ ਪਹਿਲੀ ਵਾਰੀ ਹੈ ਅੱਗੇ ਉਹਨਾਂ ਦਾ? ਹਾਂਜੀ, ਉਜਾਲਾ ਸਿਗਨਸ ਨਾਲ ਇਹਨਾਂ ਦੇ ਪੰਜਾਬ ਦੇ ਵਿੱਚ ਵੀ ਆਰ ਦ ਓਨਲੀ ਪਾਰਟਨਰਸ ਹਜੇ ਤੱਕ। ਇਹਨਾਂ ਦੇ 22 ਹਸਪੀਟਲ ਸੀ ਪਹਿਲਾਂ, ਸੋ 6 ਅਸੀਂ ਰਲ ਗਏ ਤੋਂ ਸਾਡੇ ਗਰੁੱਪ ਦੇ 28 ਹਸਪੀਟਲ ਹੋ ਗਏ। ਐਂਡ ਇਹਨਾਂ ਦਾ ਇੱਕ ਹੋਰ ਵਿਜ਼ਨ ਹੈ ਕਿ ਅਸੀਂ 5 ਹੋਰ ਸੈਂਟਰ ਆਫ ਐਕਸਲੈਂਸ, ਟਰਾਮਾ ਸੈਂਟਰਸ, ਜਿਸ ਤਰ੍ਹਾਂ ਆਪਣੇ ਇੱਥੇ ਅਸੀਂ ਟਰਾਮਾ ਸੈਂਟਰ ਐਸਟੈਬਲਿਸ਼ ਕੀਤਾ, ਆਰਥੋਪੈਡਿਕਸ ਐਸਟੈਬਲਿਸ਼ ਕੀਤੀ, ਉਸੇ ਤਰ੍ਹਾਂ ਦੇ 5 ਹੋਰ ਸੈਂਟਰਸ ਅਸੀਂ ਨਾਰਥ ਇੰਡੀਆ ਦੇ ਵਿੱਚ ਐਸਟੈਬਲਿਸ਼ ਕਰਾਂਗੇ। ਐਂਡ ਉਹ ਸਾਰਿਆਂ ਦੇ ਵਿੱਚ ਅਮਨਦੀਪ ਗਰੁੱਪ ਦਾ ਕਾਫੀ ਯੋਗਦਾਨ ਰਹੇਗਾ। ਉਹ ਆਪਣੇ ਪ੍ਰੋਟੋਕੋਲ ਦੇ ਹਿਸਾਬ ਨਾਲ ਅਸੀਂ ਸਾਰਾ ਕੁਝ ਉੱਥੇ ਐਸਟੈਬਲਿਸ਼ ਕਰਾਂਗੇ। ਸੋ ਜਾਣ ਦਾ ਤਾਂ ਕਿਤੇ ਸਵਾਲ ਹੀ ਨਹੀਂ ਪੈਦਾ ਹੁੰਦਾ, ਨਾ ਵੇਚਣ ਦਾ ਕੋਈ ਸਵਾਲ ਪੈਦਾ ਹੁੰਦਾ। ठीक है सर। तो मेरा नाम प्रबल घोषाल है, मैं चेयरमैन और डायरेक्टर हूँ उजाला सिग्नस ग्रुप ऑफ हॉस्पिटल्स में। मेरा साथ प्रतीक है, प्रतीक घोषाल, फाउंडर, को फाउंडर एंड चीफ स्ट्रेटजी ऑफिसर। और डॉक्टर बजाज है, वो तो आप लोग को जानते ही हैं, फाउंडर डायरेक्टर ऑफ उजाला सिग्नस। तो हम लोग ये जो उजाला सिग्नस जो शुरू हुआ था, पहले तो सिग्नस शुरू हुआ था 2012 से। उसके बाद दिन उजाला और हम लोग मिल के आया था 2018-19 में, और एक साथ हम लोग एक मार्च करके एक पार्टनरशिप और कोलैबोरेशन शुरू करके ये कंपनी को आगे बढ़ा के लेके गया। जो हम लोग अभी 2025 में हम लोग 22 हॉस्पिटल और 2200 बेड्स, 250 सुपर स्पेशलिटी हॉस्पिटल्स और 4000 पीपल का एक ऑर्गेनाइजेशन बना है। और हम लोग हाई एंड सुपर स्पेशलिटी ट्रीटमेंट करता है, और हमारा नॉट ओनली हम लोग ट्रीटमेंट करता है, बट हम लोग प्रिवेंटिव हेल्थ केयर के ऊपर बहुत काम करता है। जैसे आप बताया कि हमारा प्रोग्राम चलता है हर एक गांव-गांव में, किस तरीके से लोगों को समझाए, किस तरीके से लोगों को पता चले कि हेल्थ केयर कितनी इंपॉर्टेंट चीज़ होता है, हेल्थ कितना प्रेशस है, लाइफ कितना प्रेशस है, इसके बारे में हम लोग हेल्थ टॉक करता है, वर्कशॉप करता है, और एक चौपाल के हिसाब से डॉक्टर लोग को लेके जाता है और लोग बताता है कि कौन बीमारों में क्या इलाज होना चाहिए। और हम लोग ये नहीं है कि हम लोग सोशली किसी को डिस्क्रिमिनेट करता है,
हम लोग का एक हॉस्पिटल का जो एथिक्स है, हमारा ऑर्गेनाइजेशन जो एथिक्स है वो है इंक्लूसिवनेस। उसका मतलब यही होता है कि कोई भी रिच हो, कोई भी पुअर हो, कोई भी जो मिडिल क्लास हो, ट्रीटमेंट के हिसाब से कोई डिस्क्रिमिनेट नहीं करता है। और पेशेंट का जो रिस्पेक्ट है वो रिस्पेक्ट हमेशा मिलता है। जो एक रिच पेशेंट को मिलता है और एक गरीब पेशेंट आता है हॉस्पिटल में, सेम काइंड ऑफ रिस्पेक्ट मिलता है, सेम काइंड ऑफ ट्रांसपेरेंसी मिलता है, सेम काइंड ऑफ प्राइस हम लोग चार्ज करता है। सो दैट ये जो एक एथिक्स है, जो इंक्लूसिवनेस एथिक्स है, ये एक हॉस्पिटल के यूनिक वैल्यू सिस्टम है। हम इसके ऊपर ही काम कर रहे हैं। आगे बढ़ के हम लोग जैसे अमनदीप से पार्टनरशिप, ग्रुप ऑफ हॉस्पिटल की जो पार्टनरशिप करा है, हम लोग सोच रहे थे हम लोग पंजाब में आना है, क्योंकि हम लोग पंजाब का फुटप्रिंट कभी आया नहीं था। हम लोग हरियाणा, उत्तर प्रदेश, जम्मू कश्मीर इस साइड में, हम लोग उत्तराखंड इस साइड में हम लोग काम कर रहे थे। हमारा एक प्लान था, प्रोग्राम था हम लोगों का, एक किस तरीके से पंजाब में फुटप्रिंट रखे। हम लोग बहुत खुशी है कि इसका एक इतना अच्छा अपॉर्चुनिटी हम लोगों को मिला कि जैसे अमनदीप ग्रुप ऑफ हॉस्पिटल के साथ हम लोग एक पार्टनरशिप करा, एक स्ट्रेटेजिक कोलैबोरेशन करा जो पंजाब में आने के लिए, और पंजाब को लोगों के लिए हम लोग जो हेल्थ केयर प्रोवाइड करें, हाई एंड सर्विस दे, इसके ऊपर भी हमारा जो अपॉर्चुनिटी मिल गया, इसके ऊपर हम लोग बहुत खुश हैं। और आगे बढ़ के भी हम लोग मिल के ही काम करेंगे। जैसे डॉक्टर अवतार बताया था कि हम लोग चाहता है कि डॉक्टर अवतार का जो एक्सपर्टीज़ है वो एक्सपर्टीज़ हमारा हर एक हॉस्पिटल में लेके जाए। हम लोग सेंटर ऑफ एक्सेलेंस बनाएंगे ऑर्थो साइंस के ऊपर, इसके ऊपर बहुत हमारा का प्लान हो चुका है ऑलरेडी। तो ये हम लोग आगे बढ़ेंगे साथ साथ में। और पंजाब में भी और भी हॉस्पिटल हम लोगों को करना है, लुधियाना में जाना है, जालंधर में जाना है, ट्राई सिटी में जाना है। सो पंजाब में और भी बहुत अपॉर्चुनिटी है जो हम लोग एक साथ मिल के इसके ऊपर काम करेंगे। उसके बाद हम लोग 2-3 साल में उत्तर प्रदेश तो काफ़ी अपॉर्चुनिटी एक साथ में काम करेंगे। और उसके अलावा हम लोग मध्य प्रदेश और राजस्थान, ये 2 स्टेट है जिसमें भी अपॉर्चुनिटी बहुत है हेल्थ केयर में, हम लोग दोनों मिल के इसमें ऊपर काम करेंगे। तो फ्यूचर का जो बात है ये अलग नहीं होगा कि उजाला सिग्नस इस तरीके से चलेंगे, अमनदीप हॉस्पिटल एक साथ एक तरीके से चलेंगे, वो नहीं होगा। हम लोग मिल के ही डिसाइड करेंगे कि किस तरीके से काम होगा, कैसे काम होगा, किधर जाना है, किस तरीके से काम करना है। एक साथ मिल के मीटिंग करके, स्ट्रेटेजिक डिस्कशन करके, दोनों इकट्ठा मिल के तभी काम करेंगे। इट इज़ कॉल्ड कोलैबोरेशन, इट इज़ कॉल्ड पार्टनरशिप। दिस इज़ हाउ वी आर गोइंग टू टेक दिस इंस्टीट्यूशन फॉरवर्ड। थैंक यू सर। यहाँ पर आने के लिए, हमसे बातचीत करने के लिए। ये शुरुआत जो छोटे शहरों में हाई क्वालिटी सर्विसेज देने की शुरुआत जो हमने की, जैसे अमनदीप मैम ने बताया, बहुत छोटे से शुरुआत की। हमारा भी कहानी ऑलमोस्ट सिमिलर है। मैंने अपनी एमडी मेडिसिन, इंटरनल मेडिसिन में करी और फिर मैं दिल्ली आकर गैस्ट्रोएंट्रोलॉजी में पढ़ाई कर रहा था। पर मेरे सारे परिवार वाले आसपास हरियाणा में रहते थे, पानीपत में, यमुनानगर में, सोनीपत में। और उनके मुझे फ़ोन आते थे हर बार कि डॉक्टर साहब किसी को हार्ट अटैक हो गया है, डॉक्टर साहब कोई बहुत बीमार है, किसी का एक्सीडेंट हो गया है, हम दिल्ली लेके आ रहे हैं, तो क्या आप हमारी मदद कर सकते हैं। तो एक तरफ तो मुझे बहुत अच्छा लगता था कि अब मैं डॉक्टर बन गया हूँ और मैं अपने परिवार वालों की मदद कर सकता हूँ। पर एक बार हमेशा ये भी लगता था कि क्यों ये लोग 4-5 घंटे, 6 घंटे गाड़ियों में दिल्ली की तरफ आते हैं और कुछ लोग पहुँच भी नहीं पाते थे, रास्ते में ही ख़त्म हो जाता था मरीज़, तो वापस चले जाते थे। तो ये जब बार बार होने लगा, एक बार 1 हफ्ते में 2 बार हुआ कि मरीज रास्ते में ही गुजर गया और दिल्ली पहुंच ही नहीं पाया, तो मुझे लगा कि दिल्ली में पहले ही बहुत डॉक्टर हैं, बहुत हॉस्पिटल हैं, एक और जोड़ के मैं क्या कर लूँगा, कोई बहुत ज़्यादा फर्क नहीं करने वाला हूँ मैं। तो वहाँ से शुरुआत हुई कि छोटे शहरों में जहाँ एक्चुअल में नीड है वहाँ हमें जाके हॉस्पिटल खोलने चाहिए और उनको अफोर्डेबल प्राइस पे सर्विस देनी चाहिए। क्योंकि वो दिल्ली अगर आ भी जाते थे तो उनको इतना महंगा पड़ता था कि कई बार खेत घर सब बेचना पड़ जाता था। तो वो भी एक बहुत ज़रूरी था कि फाइनेंशियली भी उनकी हम मदद करें और क्लिनिकली भी मदद करें। तो इस तरह इस जर्नी की शुरुआत हुई और लकीली बहुत अच्छे अच्छे डॉक्टर जुड़े, बहुत अच्छे पार्टनर जुड़े। और 2019 में फिर हमारा किस्मत बहुत अच्छा रहा कि प्रबल जी, प्रतीक जी जुड़े हमारे साथ, अमर उजाला के साथ। और सिग्नस से हम लोगों ने इसको उजाला सिग्नस बनाया। तो वो पार्टनरशिप, तब हमारे 10 हॉस्पिटल थे सिर्फ, और उस पार्टनरशिप से हम 2019 से आज तक 23 हॉस्पिटल पे पहुंच रहे हैं। और अब एक आज नई और पार्टनरशिप हम कर रहे हैं जिसके साथ हम और ग्रो करेंगे। और जैसा मैडम ने बताया कि 28 हॉस्पिटल आज से ही हम इकट्ठे मिलके चलाएंगे सारे। तो एक ही नाम से, एक ही तरह से डॉक्टर साहब सारा ऑर्थोपेडिक्स हमारे 28 के 28 हॉस्पिटल में पूरा हेड करेंगे।
पूरा क्रिटिकल केयर हम मिलकर इकट्ठे चलाएंगे, प्लास्टिक सर्जरी, कार्डियोलॉजी। तो इस ग्रुप के हम पूरे 28 हॉस्पिटल होंगे, और आगे की जर्नी के लिए प्रबल जी आपको इस बारे में और डिटेल में बताएंगे। धन्यवाद।